ਵਾਹਿਗੁਰੂ ਜੀ। ਸਤਨਾਮ। ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਏ ਸੱਚੀ ਬਾਣੀ। ਜਿੰਨੀਆਂ ਵੀ ਸੰਗਤਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਆਪ ਸਾਬ ਜੁੜੇ ਹੋ, ਆਓ ਸਤਿਗੁਰਾਂ ਦੇ ਅਮੋਲਕ ਬਚਨਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਆਪਣੇ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਸਾਰੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਆਪਾਂ ਮੂਲ ਮੰਤਰ ਮੰਗਲਾਚਰਨ ਹੈ ਜੋ ਮੂਲ ਮੰਤਰ ਦੀ ਵਿਚਾਰ ਬੜੇ ਪਿਆਰ ਸਤਿਕਾਰ ਦੇ ਨਾਲ ਕਰ ਚੁੱਕੇ ਹਾਂ। ਸੋ ਅੱਜ ਆਪਾਂ ਜੋ ਜਪ ਬਾਣੀ ਦੀ ਜਪਜੀ ਸਾਹਿਬ ਜੋ ਬਾਣੀ ਹੈ, ਜੋ ਪਹਿਲੀ ਪੌੜੀ ਹੈ, ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖ ਵਾਰ। ਚੁੱਪੈ ਚੁੱਪ ਨਾ ਹੋਵੇ, ਜੇ ਲੈ ਰਹਾ ਲਿਵ ਤਾਰ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਪਹਿਲੀ ਪੌੜੀ ਹੈ ਜੋ ਜਪਜੀ ਸਾਹਿਬ ਬਾਣੀ ਦੀ। ਅੱਜ ਪਹਿਲੀ ਪੌੜੀ ਦੀ ਆਪਾਂ ਵਿਚਾਰ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝੀ ਕਰਾਂਗੇ। ਗੁਰੂ ਪਿਆਰ ਵਾਲਿਓ, ਪਹਿਲੀ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜੋ 4 ਫਿਰਕੇ ਸਨ, 4 ਫਿਰਕਿਆਂ ਦਾ ਜ਼ਿਕਰ ਇਸ ਪੌੜੀ ਦੇ ਅੰਦਰ ਕੀਤਾ ਹੈ। ਜੋ ਪਹਿਲਾ ਫਿਰਕਾ ਸੀ ਉਹ ਸੀ ਕਿ ਤੀਰਥਾਂ 'ਤੇ ਇਸ਼ਨਾਨ ਕਰੋ। ਤੀਰਥਾਂ 'ਤੇ ਇਸ਼ਨਾਨ ਕਰਨ ਦੇ ਨਾਲ ਇਹ ਦੇਹੀ ਨੂੰ ਤੀਰਥਾਂ 'ਤੇ ਜਾ ਕੇ ਨਹਾਉਣ ਦੇ ਨਾਲ ਜਾਂ ਧੋਣ ਦੇ ਨਾਲ ਅਕਾਲ ਪੁਰਖ ਦੇ ਨਾਲ ਜੋ ਮੇਲ ਹੈ ਉਹ ਹੋ ਜਾਵੇਗਾ। ਦੂਸਰਾ ਜੋ ਫਿਰਕਾ ਸੀ ਉਹ ਸੀ ਕਿ ਮੌਨ ਧਾਰ ਕੇ, ਭਾਵ ਚੁੱਪ ਕਰਕੇ ਬੈਠੇ ਰਹਿਣਾ, ਮੂੰਹੋਂ ਬੋਲਣਾ ਨਹੀਂ। ਤੇ ਤੀਸਰਾ ਜੋ ਫਿਰਕਾ ਸੀ ਉਹ ਕਹਿੰਦੇ ਸੀ ਵੀ ਜੋ ਮਨ ਮੰਗਦਾ ਹੈ ਇਹਨੂੰ, ਮਨ ਨੂੰ ਜੋ ਮੰਗਦਾ ਉਹ ਦੇਈ ਜਾਓ,
ਜਦੋਂ ਇਹ ਮਨ ਰੱਜ ਜਾਵੇਗਾ ਤਾਂ ਅਕਾਲ ਪੁਰਖ ਦੇ ਨਾਲ ਮੇਲ ਹੋ ਜਾਵੇਗਾ। ਜੋ ਚੌਥਾ ਫਿਰਕਾ ਸੀ ਉਹ ਸੀ ਆਪਣੀਆਂ ਸਿਆਣਪਾਂ ਦੇ ਨਾਲ, ਚਤੁਰਾਈਆਂ ਦੇ ਨਾਲ ਅਕਾਲ ਪੁਰਖ ਦੇ ਨਾਲ ਜੋ ਮੇਲ ਹੈ ਉਹ ਕਰਨਾ ਚਾਹੁੰਦਾ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਚਾਰਾਂ ਫਿਰਕਿਆਂ ਦਾ ਜ਼ਿਕਰ ਕਰਕੇ ਫਿਰ ਜੋ ਆਪਣੀ ਵਿਚਾਰ ਹੈ ਉਹ ਦਿੱਤੀ ਹੈ ਇਸ ਪਹਿਲੀ ਪੌੜੀ ਦੇ ਅੰਦਰ ਕਿ ਇਹ ਭਲਿਆ, ਜੇ ਤੂੰ ਅਕਾਲ ਪੁਰਖ ਦੇ ਨਾਲ ਮੇਲ ਕਰਨਾ ਚਾਹੁੰਦਾ ਹੈ ਤਾਂ ਇਹ ਚਾਰੋਂ ਤਰੀਕੇ ਤੇਰੇ ਗਲਤ ਹਨ। ਇਹਨਾਂ ਚਾਰਾਂ ਹੀ ਤਰੀਕਿਆਂ ਦੇ ਨਾਲ ਤੇਰਾ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੋਣਾ। ਫਿਰ ਸਵਾਲ ਸੀ ਕਿ ਜੇ ਇਹਨਾਂ ਤਰੀਕਿਆਂ ਦੇ ਨਾਲ ਅਕਾਲ ਪੁਰਖ ਦੇ ਨਾਲ ਮੇਲ ਨਹੀਂ ਹੋਣਾ ਤਾਂ ਫਿਰ ਕੀ ਕੀਤਾ ਜਾਵੇ। ਫਿਰ ਗੁਰੂ ਨਾਨਕ ਦੇਵ ਜੀ ਆਪਣੀ ਵਿਚਾਰ ਰੱਖ ਰਹੇ ਹਨ ਕਿ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਆਓ ਜੋ ਸੋਚੈ ਸੋਚ ਨਾ ਹੋਵੀ, ਜੇ ਸੋਚੀ ਲਖਵਾਰ ਹੈ ਕਿ ਇਹ ਮਨੁੱਖ ਜੇ ਤੂੰ ਇੱਕ ਵਾਰੀ ਤਾਂ ਕੀ ਤੀਰਥਾਂ 'ਤੇ ਜਾ ਕੇ ਲੱਖਾਂ ਵਾਰੀ ਵੀ ਇਸ਼ਨਾਨ ਕਰੇ ਤਾਂ ਵੀ ਜੋ ਤੇਰਾ ਇਹ ਸਰੀਰ ਹੈ ਤੇਰਾ ਇਹ ਪਵਿੱਤਰ ਨਹੀਂ ਹੋ ਸਕਦਾ, ਅਪਵਿੱਤਰ ਹੀ ਹੈ। ਕਿਉਂਕਿ ਜੋ ਮਨ ਹੈ, ਆਪਣਾ ਮਨ ਇਹ ਸਰੀਰ ਨੂੰ ਚਲਾਉਂਦਾ ਹੈ। ਜੇ ਮਨ ਦੇ ਵਿੱਚ ਵਿਕਾਰ ਹੈ ਤਾਂ ਇਹ ਮਨ ਅੱਖਾਂ ਨੂੰ ਕਹਿੰਦਾ ਹੈ ਕਿ ਤੂੰ ਇਹ ਅੱਖੀਆਂ ਮਾੜਾ ਤੱਕੋ, ਬੁਰਾ ਤੱਕੋ। ਜੇ ਮਨ ਦੇ ਵਿੱਚ ਗਲਤ ਸੁਣਨ ਦੇ ਜਾਂ ਗੰਦੇ ਗੀਤ ਸੁਣਨ ਦੇ ਮਨ ਦੇ ਵਿੱਚ ਖਿਆਲ ਹੈ ਤਾਂ ਮਨ ਕੰਨਾਂ ਨੂੰ ਕਹਿੰਦਾ ਵੀ ਤੁਸੀਂ ਇਹ ਕੰਨੋਂ ਗੰਦੇ ਗੀਤ ਸੁਣੋ। ਜੇ ਮਨ ਦੇ ਵਿੱਚ ਖਿਆਲ ਹੈ ਤਾਂ ਇਹ ਜੀਭਾ ਵੀ ਮੰਦਾ ਬੋਲਦੀ ਹੈ। ਭਾਵ ਜੇ ਮਨ ਦੇ ਅੰਦਰ ਮੈਲ ਹੈ, ਮਨ ਦੇ ਅੰਦਰ ਬੁਰਾਈਆਂ ਹਨ, ਮਨ ਸਚਿਆਰਾ ਨਹੀਂ ਹੈ ਤਾਂ ਇਹ ਤਨ ਧੋਣ ਦੇ ਨਾਲ ਜੋ ਆਪਣੇ ਇੰਦਰੇ ਹਨ, ਇਹ ਇੰਦਰੇ ਸਵੱਛ ਨਹੀਂ ਹੋ ਸਕਦੇ, ਸੁੱਚੇ ਨਹੀਂ ਹੋ ਸਕਦੇ, ਇਹ ਮੈਲੇ ਹੀ ਰਹਿੰਦੇ ਹਨ। ਤਾਂ ਸਤਿਗੁਰਾਂ ਨੇ ਆਪਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਇਹ ਮਨੁੱਖ ਇੱਕ ਵਾਰੀ ਦਾ ਕੀ, ਜੇ ਬਾਰ-ਬਾਰ ਲੱਖਾਂ ਵਾਰ ਵੀ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਿਆ ਜਾਵੇ ਤਾਂ ਵੀ ਇਹ ਜੋ ਮਨ ਹੈ ਇਹ ਮਨ ਸੁੱਚਾ ਸਚਿਆਰ ਨਹੀਂ ਹੋ ਸਕਦਾ। ਕਿਉਂਕਿ ਜੇ ਮਨ ਮੈਲਾ ਹੈ ਤਾਂ ਤਨ ਮੈਲਾ ਹੈ, ਮਨ ਮੈਲਾ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਸਾ ਨਾ ਹੋਏ। ਤਨ ਨੂੰ ਧੋਣ ਦੇ ਨਾਲ ਇਹ ਮਨ ਪਵਿੱਤਰ ਨਹੀਂ ਹੋ ਸਕਦਾ। ਸਤਿਗੁਰਾਂ ਨੇ ਜੇ ਜ਼ੋਰ ਦਿੱਤਾ ਹੈ ਤਾਂ ਉਹ ਦਿੱਤਾ ਹੈ ਕਿ ਭਾਈ ਤੀਰਥ 'ਤੇ ਨਹਾਉਣ ਤਾਂ ਮੈਂ ਵੀ ਜਾਣਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧਨਾਸਰੀ ਰਾਗ ਦੇ ਵਿੱਚ ਸਮਝਾਉਣ ਦਾ ਯਤਨ ਕਰਦੇ ਹਨ ਕਿ ਤੀਰਥ ਨਹਾਵਣ ਜਾਉਂ। ਕਹਿੰਦੇ ਭਾਈ ਤੀਰਥਾਂ 'ਤੇ ਨਹਾਉਣ ਮੈਂ ਵੀ ਕਰਦਾ, ਮੈਂ ਵੀ ਜਾਣਾ, ਪਰ ਮੇਰਾ ਤੀਰਥ ਹੈ ਉਹ ਕਿਹੜਾ ਹੈ। ਤੀਰਥ ਨਹਾਵਣ ਜਾਉਂ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਕਹਿੰਦੇ ਤੀਰਥ 'ਤੇ ਭਾਈ ਮੈਂ ਵੀ ਨਹਾਉਣਾ, ਪਰ ਮੇਰਾ ਜਿਹੜਾ ਤੀਰਥ ਹੈ ਉਹ ਨਾਮ ਹੈ। ਮੈਂ ਨਾਮ ਦੇ ਤੀਰਥ ਦੇ ਵਿੱਚ ਇਸ਼ਨਾਨ ਕਰਦਾ ਹਾਂ ਕਿਉਂਕਿ ਤੀਰਥ ਸ਼ਬਦ ਵਿਚਾਰ, ਮੈਂ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਕਰਦਾ ਹਾਂ ਜਿਸ ਦੇ ਨਾਲ ਮੇਰੇ ਅੰਦਰ ਹੈ ਜੋ ਉਹ ਗਿਆਨ ਪ੍ਰਗਟ ਹੁੰਦਾ ਹੈ, ਗਿਆਨ ਪ੍ਰਾਪਤ ਹੁੰਦਾ ਹੈ ਸ਼ਬਦ ਤੋਂ। ਇਸ ਕਰਕੇ ਕਹਿੰਦੇ ਭਾਈ ਤੀਰਥ 'ਤੇ ਤਾਂ ਮੈਂ ਵੀ ਨਹਾਉਂਦਾ ਹਾਂ, ਪਰ ਮੈਂ ਨਾਮ ਤੀਰਥ ਦੇ ਵਿੱਚ ਇਸ਼ਨਾਨ ਕਰਾਉਣਾ ਹਾਂ ਆਪਣੇ ਮਨ ਦਾ, ਤਾਂ ਜੋ ਇਹ ਜਿਹੜੀ ਦੇਹ ਹੈ ਉਹ ਵੀ ਪਵਿੱਤਰ ਹੋ ਸਕੇ। ਬੜੇ ਬਖਿਆਨ ਸਤਿਗੁਰਾਂ ਨੇ
ਅਮੋਲਕ ਬਚਨਾਂ ਦੇ ਰਾਹੀਂ ਗੁਰਬਾਣੀ ਦੇ ਵਿੱਚ ਦੇ ਕੇ ਆਪਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਸ੍ਰੀ ਰਾਗ ਮਹਲਾ ਪਹਿਲਾ ਦੇ ਵਿੱਚ ਵੀ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਬਿਨ ਗੁਰ ਮੈਲ ਨਾ ਉਤਰੈ। ਗੁਰੂ ਤੋਂ ਬਿਨਾਂ ਕਹਿੰਦੇ ਭਾਈ ਇਹ ਮੈਲ ਉਤਰਦੀ ਨਹੀਂ। ਬਿਨ ਹਰ ਕਿਉਂ ਘਰ ਵਾਸ, ਕਹਿੰਦੇ ਹਰੀ ਤੋਂ ਬਿਨਾਂ ਆਪਣੇ ਘਰ ਦੇ ਵਿੱਚ ਵਾਸਾ ਕਿਵੇਂ ਹੋਵੇ। ਇੱਕੋ ਸ਼ਬਦ ਵਿਚਾਰੀ ਹੈ, ਕਹਿੰਦੇ ਭਾਈ ਫਿਰ ਇੱਕ ਸ਼ਬਦ ਹੀ ਵਿਚਾਰ ਕਰੋ। ਇੱਕ ਸ਼ਬਦ ਹੀ ਵਿਚਾਰ ਕਰਕੇ ਅਵਰ ਤਿਆਗੈ ਆਸ, ਕਹਿੰਦੇ ਮਨ ਦੇ ਵਿੱਚ ਜੇ ਹੋਰ ਕੋਈ ਆਸ ਹੈ ਨਾ ਵੀ ਇਹ ਜਿਹੜੀ ਮਨ ਦੀ ਮੈਲ ਹੈ ਇਹ ਉਤਰ ਜਾਵੇਗੀ, ਜਾਂ ਸਰੀਰ ਨੂੰ ਧੋਤਿਆਂ ਜਾਂ ਇਸ਼ਨਾਨ ਕੀਤਿਆਂ ਸਰੀਰਕ ਤੌਰ 'ਤੇ ਅਕਾਲ ਪੁਰਖ ਦੇ ਨਾਲ ਮੇਲ ਹੋ ਜਾਵੇਗਾ, ਕਹਿੰਦੇ ਭਾਈ ਮੇਲ ਨਹੀਂ ਹੋਣਾ। ਕਹਿੰਦੇ ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ, ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ। ਸਤਿਗੁਰੂ ਜੀ ਆਪਾਂ ਨੂੰ ਜਪ ਬਾਣੀ ਦੇ ਅੰਦਰ ਸਮਝਾਉਣ ਦਾ ਯਤਨ ਕਰਦੇ ਹਨ। ਜੋ ਜਪਜੀ ਸਾਹਿਬ ਬਾਣੀ ਦੀ 20ਵੀਂ ਪੌੜੀ ਹੈ, ਕਹਿੰਦੇ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਪੈ ਨਾਵੈ ਕੈ ਰੰਗ। ਇੱਥੇ ਆਪਾਂ ਨੂੰ ਸਮਝਾਉਣ ਦਾ ਯਤਨ ਕੀਤਾ। ਕਹਿੰਦੇ ਜੇ ਭਾਈ ਆਪਣੇ ਹੱਥ ਪੈਰ ਜਾਂ ਇਹ ਤਨ ਆਪਣਾ ਇਹ ਖੇ ਮਿੱਟੀ ਘੱਟੇ ਦੇ ਨਾਲ ਆਪਣਾ ਭਰ ਜਾਂਦਾ ਹੈ, ਤਾਂ ਕਹਿੰਦੇ ਇਹ ਪਾਣੀ ਦੇ ਨਾਲ ਜਿਹੜਾ ਇਹ ਮਿੱਟੀ ਘੱਟਾ ਹੈ ਇਹ ਲਹਿ ਜਾਂਦਾ ਹੈ। ਭਾਵ ਸਰੀਰਕ ਤੌਰ 'ਤੇ ਇਸ਼ਨਾਨ ਆਪਾਂ ਸਾਰੇ ਹੀ ਕਰਦੇ ਹਾਂ ਕਿ ਆਪਣੇ ਸਰੀਰ ਤੋਂ ਜੋ ਮਿੱਟੀ ਘੱਟਾ ਹੈ ਉਹ ਉਤਰ ਜਾਵੇ, ਸਰੀਰ ਦੀ ਸਫਾਈ ਹੋ ਜਾਵੇ। ਸਫਾਈ ਤੌਰ 'ਤੇ ਆਪਾਂ ਹਰ ਇੱਕ ਹੀ ਇਸ਼ਨਾਨ ਕਰਦਾ ਹੈ। ਸੋ ਕਹਿੰਦੇ ਜੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਕਹਿੰਦੇ ਜੇ ਕੱਪੜੇ ਨੇ ਜੇ ਬਾਹਲੇ ਗੰਦੇ ਹੋ ਜਾਣ, ਜ਼ਿਆਦਾ ਮੈਲੇ ਹੋ ਜਾਣ, ਫਿਰ ਇਹ ਸਾਬਣ ਦੇ ਨਾਲ ਧੋ ਲਏ ਜਾਂਦੇ ਨੇ। ਸਾਬਣ ਦੇ ਨਾਲ ਇਹ ਜੋ ਮੈਲ ਹੈ ਜ਼ਿਆਦਾ ਲੱਗੀ ਹੋਈ ਹੈ ਉਹ ਉਤਾਰੀ ਜਾਂਦੀ ਹੈ। ਭਰੀਐ ਮਤ ਪਾਪਾਂ ਕੈ ਸੰਗ। ਹੁਣ ਕਹਿੰਦੇ ਜਿਹੜੀ ਮਤ ਹੈ ਜੇ ਇਹ ਪਾਪਾਂ ਦੇ ਨਾਲ ਭਰੀ ਹੋਵੇ, ਜੇ ਇਹ ਮਤ ਦੇ ਵਿੱਚ ਵਿਕਾਰ ਹੋਣ, ਮਤ ਦੇ ਵਿੱਚ ਝੂਠ ਹੋਵੇ, ਠੱਗੀ ਹੋਵੇ, ਫਰੇਬ ਹੋਵੇ, ਕਹਿੰਦੇ ਭਾਈ ਫਿਰ ਇਹ ਪਾਣੀ ਨਾਲ ਤਾਂ ਧੋਤੀ ਨਹੀਂ ਜਾਣੀ। ਇਹ ਕਿਹਦੇ ਨਾਲ ਧੋਤੀ ਜਾਣੀ ਹੈ? ਸਤਿਗੁਰੂ ਜੀ ਹੁਣ ਇੱਥੇ ਖਿਆਲ ਦੇ ਰਹੇ ਨੇ। ਕਹਿੰਦੇ ਉਹ ਧੋਪੈ ਨਾਵੈ ਕੈ ਰੰਗ। ਕਹਿੰਦੇ ਉਹ ਤਾਂ ਭਾਈ ਅਕਾਲ ਪੁਰਖ ਵਾਹਿਗੁਰੂ ਨਾਮ ਦੇ ਨਾਲ ਹੀ ਜਿਹੜੀ ਮੈਲ ਹੈ ਉਹ ਉਤਾਰੀ ਜਾ ਸਕਦੀ ਹੈ। ਜੇ ਆਪਣੀ ਮੱਤ ਪਾਪਾਂ ਦੇ ਨਾਲ, ਵਿਕਾਰਾਂ ਦੇ ਨਾਲ ਭਰੀ ਹੋਈ ਹੈ, ਕਹਿੰਦੇ ਭਾਈ ਇਹ ਤਾਂ ਫਿਰ ਨਾਮ ਦੇ ਨਾਲ ਹੀ ਧੋਤੀ ਜਾ ਸਕਦੀ ਹੈ। ਸਤਿਗੁਰੂ ਜੀ ਨੇ ਜਗ੍ਹਾ ਜਗ੍ਹਾ ਆਪਣੇ ਅਮੋਲਕ ਬਚਨਾਂ ਦੇ ਰਾਹੀਂ ਸਮਝਾਉਣ ਦਾ ਯਤਨ ਕੀਤਾ ਹੈ। ਸੋਠ ਰਾਗ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਸਮਝਾਉਣ ਦਾ ਯਤਨ ਕਰਦੇ ਹਨ ਕਿ ਜਲ ਮਲ ਕਾਇਆ ਮਾਂਜੀਐ ਭਾਈ, ਭੀ ਮੈਲਾ ਤਨ ਹੋਏ, ਗਿਆਨ ਮਹਾਰਸ ਨਹਾਈਐ ਭਾਈ, ਮਨ ਤਨ ਨਿਰਮਲ ਹੋਏ। ਕਹਿੰਦੇ ਜੇ ਜਲ ਮਲ ਕਾਇਆ ਮਾਂਜੀਐ ਭਾਈ, ਕਹਿੰਦੇ ਜੇ ਕਾਇਆ ਨੂੰ ਮਲ ਮਲ ਕੇ ਜਲ ਦੇ ਨਾਲ ਮਾਂਜਿਆ ਜਾਵੇ, ਭੀ ਮੈਲਾ ਤਨ ਹੋਏ। ਇਹ ਤਨ ਤਾਂ ਫਿਰ ਵੀ ਮੈਲਾ ਹੈ। ਕਿਉਂ? ਕਿਉਂਕਿ ਅੰਦਰ ਮਨ ਦੇ ਅੰਦਰ ਵਿਕਾਰ ਟਿਕੇ ਹੋਏ ਨੇ। ਹੁਣ ਇਹ ਦੂਰ ਕਿਸੇ ਦਾ, ਹੁਣ ਕਹਿੰਦੇ ਗਿਆਨ ਮਹਾਰਸ ਨਹਾਈਐ ਭਾਈ, ਕਹਿੰਦੇ ਭਾਈ ਆ ਗੁਰੂ ਦੇ ਗਿਆਨ ਦੇ ਨਾਲ ਆਪਣੇ ਮਨ ਨੂੰ ਇਸ਼ਨਾਨ ਕਰਾਓ। ਜਦ ਗਿਆਨ ਦੇ ਨਾਲ ਮਨ ਨੂੰ ਇਸ਼ਨਾਨ ਕਰਾਇਆ ਜਾਊਗਾ ਫਿਰ ਕੀ ਹੋਵੇਗਾ? ਮਨ ਤਨ ਨਿਰਮਲ ਹੋਏ। ਕਹਿੰਦੇ ਫਿਰ ਜਦੋਂ ਮਨ ਹੈ ਉਹ ਨਿਰਮਲ ਹੋ ਗਿਆ ਤੇ ਫਿਰ ਤਨ ਹੈ ਜਿਹੜਾ ਉਹ ਵੀ ਆਪਣਾ ਨਿਰਮਲ ਹੋ ਗਿਆ। ਅੱਗੇ ਸਤਿਗੁਰੂ ਜੀ ਕਹਿੰਦੇ ਜੇ ਮਨ ਮੈਲਾ ਹੈ ਤਾਂ ਸਭ ਕੁਛ ਮੈਲਾ ਹੈ। ਮਨ ਮੈਲਾ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਸਾ ਨਾ ਹੋਏ। ਕਿਉਂ? ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਹੀ ਆਪਾਂ ਨੂੰ ਸਮਝਾਉਣ ਦਾ ਯਤਨ ਕਰਦੇ ਹਨ
कि मन झूठा तन झूठ है, जीबा झूठी होए। कहते जे मन झूठा है ना, मन के अंदर मैल है, कहते फिर तन भी तेरा झूठा ही है। ये सुच्चा नहीं हो सकता। स्नान कराई जा तीर्थां ते जाके, पर यह सुच्चा नहीं हो सकता। क्यों? क्योंकि मन के अंदर मैल है। मुख झूठा है, झूठ बोलना, ये मुख भी तेरा झूठा है जे इहदे नाल झूठ बोलिया जाता है। सच नहीं रसना ते झूठ है, कहते भाई फिर तां ये तेरा जिहड़ा मुख है ना, ये भी कहते फिर तां झूठा ही है। क्यों कर सुच्चा होए, ये सुच्चा किवें हो सकता है? सुच्चा तो हो नहीं सकता। बिन अव शब्द न मांजीए, कहते हुण गुरु के शब्द तो बिना भाई ये मांजिया नहीं जा सकता। साचे ते सच होए, ये तो कहते गुरु के शब्द नाल ही मांजिया जा सकता है। जे मन निर्मल हो गया तो अपने जिहड़े इंद्रे हन, अखां हन, कंन हन, जीभा है, हथ पैर हन, तो ये सारे ही सुच्चे हन। गुरु प्यारिओ, जे अपने मन के अंदर मैल है तो आपां सफाई तौर पर इशनान करना है। पर जे आपां समझदे हां कि तीर्थां ते जाके जां सिर्फ शरीर नूं धोण दे नाल, इशनान करन दे नाल अपना अकाल पुरख वाहिगुरू परमेश्वर दे नाल मिलाप हो सकदा है, तां गुरु प्यारिओ ये अपना मिलाप नहीं हो सकदा। मारू महला तीजा दे विच भी सतगुरु जी समझाउण दा यतन करदे हन कि काया कसुद्ध हਉ मैं मल लाई, जे सौ धोवै तां मैल ना जाई, शब्द धोपै तां हसी होवै, फिर मैली मूल ना होई है। कहंदे जे भाई एक काया हਉਮੈ ਦੀ मैल करके मैली होई पई है, भाव मन दे विच हਉਮੈ है, इहनूं मल लगी हुई है। जे आपां 100 वारी भी धोईए ये मैल लगी रहिंदी है, लहिंदी नहीं है। कहंदे फिर शब्द धोपै तां हसीओ, कहंदे शब्द दे नाल धोवो, शब्द धोपै तां हसी होवै। फिर जे आपां शब्द दे नाल धोवांगे फिर ये जिहड़ी अपनी काया है, शरीर है, ये कहंदे फिर भाई पवित्र हो जानी है, फिर मैली मूल ना होई है। फिर ये कहंदे दोबारा कदे भी मैली है जो वो नहीं हुंदी। इस करके गुरु प्यारिओ, सोचां सोच ना होवी, जे सोची लख बार। लखां वारी चाहे शरीर नूं आपां धोईए तां अपना जे मन दे अंदर मैल है गुरु प्यारिओ, तां फिर अपनी ये जिहड़ा शरीर है ये भी मैला ही है, ये सोचा नहीं हो सकता। ते जे सोचा नहीं हो सकता फिर गुरु प्यार वालिओ अपना मेल किवें हो सकता है? सो अगे सतगुरु जी जो समझाउण दा आपां नूं यतन करदे हन, वो दिंदे हन जो दूसरा सतगुरां ने ख्याल दिता कि चुप्पै चुप ना होवई, जे लाए रहा लेवतार। जो दूसरा फिरका सी वो चुप करके बैठ जाता सी, भाव मूँहों बोलना नहीं, एकांत समाधि दे विच बैठ जाना, समाधि दे विच लीन हो जाना। पर सतगुरां ने इस नूं भी कहा कि भाई की होगा जे तू मूँहों नहीं बोलदा, समाधि ला के बह गया, पर जिहड़ा तेरा मन है, तेरे मन दे विच तां विचार चल रहे हैं, तेरे मन दा टिकाऊ नहीं है। जे तेरे मन का टिकाऊ ही नहीं है, चाहे तू रसना तो नहीं भी बोलता, चुप करया बैठा है, पर तेरे मन दे विच तां ख्याल चल रहे हैं। चुप है, चुप ना हो भी जे लाए रहा लवतार। कहते चुप नहीं होया जा सकता, चाहे तू समाधि ला के बह जा, लंबी समाधि ला लै मूँहों ना वाल, पर तेरा मन है जिहड़ा वो मन तेरा गल्लां कर रहा है, तेरा मन है जिहड़ा वो है जिहड़ा बोल रहा है, मुखों चाहे तो नहीं भी बोलता। सतगुरां ने गुरबाणी दे विच अमोलक बचनां दे राहीं बड़े ख्याल ये जो चुप करके समाधियां ला के बहिंदे सी इन्हां दे बारे भी दिते हैं। कहंदे भाई इस तरह भी अकाल पुरख वाहिगुरू दे नाल मेल है जिहड़ा वो नहीं हो सकता। सतगुरु जी की कहंदे ने प्रभाती महला 5वां दे विच सतगुरु जी समझाउण दा, गुरु अर्जन देव जी अमोलक बचनां दे राहीं समझाउण दा यतन करदे हन। कहंदे बोलै नाही होए बैठा मोनी, अंतर कल्प भवाइयै जोनी, अन ते रहता दुख देही सहता, हुक्म न बूझै
ਵਿਆਪਿਆ ਮਮਤਾ। ਕਹਿੰਦੇ ਕੀ ਹੋ ਗਿਆ ਜੇ ਚੁੱਪ ਕਰਕੇ ਬਹਿ ਗਿਆ, ਬੋਲਾ ਨਹੀਂ ਹੋਏ ਬੈਠਾ ਮੋਨੀ। ਮੂੰਹੋਂ ਬੋਲਦਾ ਨਹੀਂ, ਕੀ ਹੋ ਗਿਆ ਜੇ ਚੁੱਪ ਕਰਕੇ ਬਹਿ ਗਿਆ, ਬੋਲਦਾ ਨਹੀਂ। ਅੰਤਰ ਕਲਪ ਭਵਾਈਆ ਜੋਨੀ। ਕਹਿੰਦੇ ਅੰਦਰ ਤਾਂ ਵਿਕਾਰਾਂ ਦੀ ਅੱਗ ਲਈ ਬੈਠਾ ਹੈ, ਜੂਨਾਂ ਦੇ ਵਿੱਚ ਭਾਉਂਦਾ ਫਿਰਦਾ ਹੈ। ਮਨ ਤਾਂ ਤੇਰਾ ਬੋਲਦਾ ਹੈ, ਮਨ ਤਾਂ ਗੱਲਾਂ ਕਰਦਾ ਹੈ, ਅੰਨ ਤੇ ਰਹਿਤਾ, ਅੰਨ ਖਾਂਦਾ ਨਹੀਂ ਛੱਡਦਾ। ਕਿਉਂਕਿ ਕਈ ਸੀ ਜਿਹੜੇ ਇਹ ਮੁੱਖੋਂ ਬੋਲਦੇ ਨਹੀਂ ਸੀ, ਅੰਨ ਨਹੀਂ ਸੀ ਖਾਂਦੇ, ਭਾਵ ਲਿਖ ਕੇ ਦਿੰਦੇ ਸੀ ਪਰਚੀ ਵਗੈਰਾ 'ਤੇ ਕਿ ਫਰੂਟ ਖਾਣਾ ਹੈ ਜਾਂ ਦੁੱਧ ਪੀਣਾ ਹੈ, ਮੁੱਖੋਂ ਨਹੀਂ ਸੀ ਬੋਲਦੇ। ਸੋ ਕਹਿੰਦੇ ਕੀ ਹੋ ਗਿਆ ਜੇ ਮੂੰਹੋਂ ਬੋਲਦਾ ਨਹੀਂ, ਚੁੱਪ ਕਰਕੇ ਬਹਿ ਗਿਆ, ਤੇਰਾ ਮਨ ਤਾਂ ਭਾਈ ਬੋਲੀ ਜਾਂਦਾ ਹੈ। ਜਾਂ ਤੂੰ ਲਿਖ ਕੇ ਪਰਚੀਆਂ 'ਤੇ ਦਿੰਦਾ ਹੈ ਵੀ ਦੁੱਧ ਪੀਣਾ ਹੈ ਜਾਂ ਫਰੂਟ ਖਾਣਾ ਹੈ, ਮੈਨੂੰ ਲਿਆ ਕੇ ਦਿਓ, ਕਹਿੰਦੇ ਮਨ ਤਾਂ ਤੇਰਾ ਗੱਲਾਂ ਕਰਦਾ ਹੈ। ਕਹਿੰਦੇ ਇਸ ਤਰ੍ਹਾਂ ਵੀ ਤੇ ਤੋਂ ਅਕਾਲ ਪੁਰਖ ਦੇ ਨਾਲ ਤੇਰਾ ਮਿਲਾਪ ਨਹੀਂ ਹੋਣਾ ਭਾਈ। ਇਹ ਰਸਤਾ ਠੀਕ ਨਹੀਂ ਹੈ, ਇਹ ਰਸਤਾ ਤੇਰਾ ਗਲਤ ਹੈ। ਸਤਿਗੁਰੂ ਜੀ ਮਾਰੂ ਮਹੱਲਾ ਪੰਜਵਾਂ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਸਮਝਾਉਣ ਦਾ ਯਤਨ ਕਰਦੇ ਹਨ ਕਿ ਵੇਦ ਵਕਾਰੈ ਮੁਖ ਤੇ ਪੰਡਤ, ਕਮਾਮਨ ਕਾ ਮਾਠਾ। ਮੋਨੀ ਹੋਏ ਬੈਠਾ ਇਕਾਤੀ, ਹਿਰਦੈ ਕਲਪਨ ਗਾਠਾ। ਹੋਏ ਉਦਾਸੀ ਗ੍ਰਹਿ ਤਜ ਚੱਲਿਓ, ਛੁਟਕੈ ਨਾਹੀ ਨਾਠਾ। ਕਹਿੰਦੇ ਵੇਦਾਂ ਨੂੰ ਤਾਂ ਪੜ੍ਹਦਾ ਹੈ, ਪੁਕਾਰਦਾ ਹੈ, ਆਪਣੇ ਮੁਖ ਤੋਂ ਵੇਦਾਂ ਨੂੰ ਪੜ੍ਹਦਾ ਹੈ, ਪੁਕਾਰਦਾ ਹੈ, ਪਰ ਕਮਾਮਨ ਕਾ ਮਾਠਾ। ਜੀਵਨ ਦੇ ਵਿੱਚ ਕਮਾਉਂਦਾ ਨਹੀਂ ਹੈ, ਜੀਵਨ ਦੇ ਵਿੱਚ ਕਮਾਈ ਨਹੀਂ ਹੈ। ਗੁਰੂ ਪਿਆਰਿਓ, ਜਿਸ ਤਰ੍ਹਾਂ ਅੱਜ ਦੇਖਣ ਦੇ ਵਿੱਚ ਆਉਂਦਾ ਹੈ ਕਿ ਆਪਾਂ ਗੁਰਬਾਣੀ ਪੜ੍ਹਦੇ ਬਹੁਤ ਹਾਂ, ਪਰ ਜੀਵਨ ਦੇ ਵਿੱਚ ਬਹੁਤ ਘੱਟ ਕਮਾਈ ਜਾਂਦੀ ਹੈ। ਗੁਰਬਾਣੀ ਪੜ੍ਹਦੇ ਬਹੁਤ ਹਾਂ, ਪਰ ਜੀਵਨ ਦੇ ਵਿੱਚ ਬਹੁਤ ਘੱਟ ਕਮਾਈ ਜਾਂਦੀ ਹੈ। ਸਤਿਗੁਰਾਂ ਦੇ ਪਿਆਰੇ ਬਚਨ ਹਨ ਕਿ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਐ ਸਾਥ, ਪੜ੍ਹ ਪੜ੍ਹ ਬੇੜੀ ਪਾਈਐ, ਪੜ੍ਹ ਪੜ੍ਹ ਗੱਡੀਐ ਖਾਤ। ਪੜ੍ਹਿਆ ਜੇਤੇ ਬਰਸ ਬਰਸ, ਪੜ੍ਹਿਆ ਜੇਤੇ ਮਾਸ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ। ਪੜ੍ਹਦੇ ਅਸੀਂ ਬਹੁਤ ਹਾਂ, ਪਰ ਜੀਵਨ ਦੇ ਵਿੱਚ ਬਿਰਲੇ ਨੇ ਜਿਨ੍ਹਾਂ ਨੇ ਗੁਰਬਾਣੀ ਨੂੰ, ਅਮੋਲਕ ਬਚਨਾਂ ਨੂੰ, ਸਤਿਗੁਰਾਂ ਦੇ ਬਚਨਾਂ ਨੂੰ ਜੀਵਨ ਦੇ ਵਿੱਚ ਕਮਾਈ ਦੇ ਵਿੱਚ ਲੈ ਕੇ ਆਉਂਦਾ ਹੈ ਗੁਰੂ ਦਾ ਸ਼ਬਦ। ਹੁਣ ਕਹਿੰਦੇ ਭਾਈ ਪੜ੍ਹਦੇ ਤਾਂ ਬਹੁਤ ਹੋ, ਪਰ ਕਮਾਉਣ ਦੇ ਵਿੱਚ ਮੱਠਾ ਹੋ ਗਿਆ, ਕਮਾਉਂਦਾ ਨਹੀਂ ਹੈਗਾ। ਮੋਨੀ ਹੋਏ ਬੈਠਾ ਇਕਾਤੀ, ਇਕਾਂਤ ਦੇ ਵਿੱਚ ਬਹਿ ਗਿਆ, ਮੁੱਖੋਂ ਬੋਲਦਾ ਨਹੀਂ। ਹਿਰਦੈ ਕਲਪਨ ਗਾਠਾ, ਹਿਰਦੇ ਵਿੱਚ ਤਾਂ ਗੱਠਾਂ ਬੰਨੀ ਬੈਠਾ ਹੈ, ਕਲਪਨਾ ਦੀਆਂ ਗੱਠਾਂ ਹਿਰਦੇ ਵਿੱਚ ਬੰਨੀ ਬੈਠਾ ਹੈ। ਹੋਏ ਉਦਾਸੀ ਗ੍ਰਹਿ ਤਜ ਚੱਲਿਓ, ਛੁਟਕੈ ਨਾਹੀ ਨਾਠਾ। ਕੀ ਹੋ ਗਿਆ ਜੇ ਉਦਾਸੀ ਹੋ ਗਿਆ, ਗ੍ਰਹਿ ਤਜ ਗਿਆ, ਗ੍ਰਸਤ ਜੀਵਨ ਤੋਂ ਭੱਜ ਕੇ ਕਿਤੇ ਬਾਹਰ ਜੰਗਲਾਂ ਦੇ ਵਿੱਚ ਚਲਾ ਗਿਆ, ਤਾਂ ਵੀ ਕੀ ਹੋ ਗਿਆ, ਛੁਟਕੈ ਨਾਹੀ ਨਾਠਾ। ਕਹਿੰਦੇ ਕਿੱਥੇ ਨੱਠ ਕੇ ਜਾਵੇਗਾ। ਹਿਰਦੇ ਅੰਦਰ ਤਾਂ ਉਹੀ ਲਾਲਚ ਮੋਹ ਮਾਇਆ ਦਾ ਤਿਆਗ ਤਾਂ ਕੀਤਾ ਨਹੀਂ, ਉਹ ਤਾਂ ਹਿਰਦੇ ਵਿੱਚ ਹੀ ਹੈ, ਗ੍ਰਹਿ ਛੱਡ ਕੇ ਚਲਾ ਗਿਆ। ਸਤਿਗੁਰੂ ਜੀ ਬਾਰ-ਬਾਰ ਆਪਾਂ ਨੂੰ ਸਮਝਾਉਣ ਦਾ ਯਤਨ ਕਰਦੇ ਹਨ ਗੁਰੂ ਪਿਆਰਿਓ ਕਿ ਆਸਾ ਕੀ ਵਾਰ ਦੇ ਵਿੱਚ ਮਹਲਾ ਪਹਿਲਾ ਵਿੱਚ ਗੁਰੂ ਨਾਨਕ ਦੇਵ ਜੀ ਵੀ ਆਪਾਂ ਨੂੰ ਸਮਝਾਉਣ ਦਾ ਯਤਨ ਕਰਦੇ ਹਨ ਕਿ ਮੋਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ। ਕਿ ਮੋਨੀ ਹੋ ਗਿਆ, ਕਰਾਹੇ ਪੈ ਗਿਆ, ਠੀਕ ਰਾਹ ਨਹੀਂ ਹੈ, ਕਰਾਹੇ ਪੈ ਗਿਆ। ਫਿਰ ਕੀ ਹੋਇਆ, ਕਹਿੰਦੇ ਤੈਨੂੰ ਜਾਗ ਕਿਵੇਂ ਆਵੇ ਭਾਈ ਗੁਰੂ ਤੋਂ ਬਿਨਾਂ। ਗੁਰੂ ਤੋਂ ਬਿਨਾਂ ਇਹ ਜਿਹੜੀ ਤੇਰੇ ਮਨ ਦੇ ਅੰਦਰ ਇਹ ਨੀਂਦ ਪਈ ਹੈ ਨਾ, ਸੁਰਤ ਤੇ ਉੱਪਰ ਤੇਰੀ ਨੀਂਦ ਪਈ ਹੈ, ਇਹ ਨੀਂਦ ਤੋਂ ਤੂੰ ਜਾਗੇਗਾ ਕਿਵੇਂ। ਗੁਰੂ ਦੇ ਸ਼ਬਦ ਤੋਂ ਬਿਨਾਂ ਜਾਗਿਆ ਨਹੀਂ ਜਾਣਾ। ਕਿਉਂ ਜਾਗਾ, ਗੁਰ ਬਿਨ ਸੁੱਤਾ। ਸੁੱਤਾ ਪਿਆ ਗੁਰੂ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ ਜਾਗਿਆ ਨਹੀਂ ਜਾਣਾ। ਕਹਿੰਦੇ ਮੋਨੀ ਤਾਂ ਹੋ ਗਿਆ, ਪਰ ਕਰਾਹੇ ਪੈ ਗਿਆ। ਇਸ ਕਰਕੇ ਸਤਿਗੁਰੂ ਜੀ ਨੇ ਇਹ ਫਿਰਕੇ ਨੂੰ ਵੀ ਜਿਹੜਾ ਉਹ ਰੱਦ ਕਰ ਦਿੱਤਾ। ਕਹਿੰਦੇ ਭਾਈ ਨਾ ਤਾਂ ਸਰੀਰ ਧੋਣ ਦੇ ਨਾਲ, ਤੀਰਥਾਂ 'ਤੇ ਇਸ਼ਨਾਨ ਕਰਨ ਦੇ ਨਾਲ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲਾਪ ਹੋਣਾ, ਨਾ ਕਹਿੰਦੇ ਚੁੱਪ ਕੀਤਿਆਂ ਮਿਲਾਪ ਹੋਣਾ। ਅੱਗੇ ਫਿਰ ਜੋ ਫਿਰਕਾ ਸੀ ਉਹ ਹੈਗਾ ਸੀ ਕਿ ਜੋ ਮਨ ਕਹਿੰਦਾ ਉਹ ਮਨ ਨੂੰ ਦੇਈ ਜਾਓ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਇਹ ਜਿਹੜਾ ਫਿਰਕਾ ਸੀ ਇਹ ਕਹਿੰਦਾ ਸੀ ਵੀ ਜੋ ਮਨ ਮੰਗਦਾ ਇਹਨੂੰ ਦੇਈ ਜਾਓ।
जो मंगदा देई जाओ, ये आपे ही रज जू। जद आपे ही मन रज गया तो अकाल पुरख दे नाल मिलाप हो जू। सतगुरु जी कहते भाई मन तो रजदा ही नहीं, ये भुखा ही रहिंदा है। ये मन नूं जिन्ना भी कुछ देई जाओ, ये जिहड़ी तृष्णा की अग है ये बुझदी नहीं। गुरु प्यारिओ, तृष्णा की अग बुझणी है गुरु शब्द दे नाल। जदों संतोख आ गया जीवन दे विच, असीं संतोखी हो गए, साडी दौड़ भज ये माया वाली तृष्णा वाली है जिहड़ी दौड़ भज ये मुक गई। जो अकाल पुरख ने दिता है उहदे ते असीं सबर कर लिया। गुरु प्यारिओ, जदों असीं सबर कर लिया, असीं संतोखी हो गए, फिर तो ये साडी जिहड़ी तृष्णा की भुख है ये मिट जानी है। नहीं तो सतगुरु जी कहते भुखिया भुख ना उतरी, कहते भाई ये भुख तेरी उतरनी नहीं। जे बन्ना पुरियां भार, चाहे पुरियां दे पदार्थ किन्ने भी तेरे कोले आ जान, तू लड़ पल्ले बन लवें, पर फिर भी तेरी ये भुख है जिहड़ी वो दूर नहीं होनी। क्यों? क्योंकि बड़े बड़े राजा महाराजे भी भुखे ही रहे, वो रजे नहीं। ये जिहड़ी तृष्णा है, ये तृष्णा की जिहड़ी अग है ये गुरु प्यारिओ वधदी जाती है। जदों ये वधदी जाती है ये भुख होर वध जाती है, फिर होर मंगदी है, फिर होर वध जाती है, फिर होर मंगदी है, फिर होर वध जाती है। पंजवें पातशाह गुरु अर्जन देव जी महाराज धनासरी राग दे विच समझाउण दा यतन करते हैं कि बड़े बड़े राजे अर भूमन ताकि तृष्णा न बूझी, लपट रहे माया रंग माते लोचन कसू न सूझी। कहते बड़े बड़े राजा महाराजे ने ये तो उन्हों की भी ये तृष्णा है जिहड़ी ये तृष्णा की अग है जिहड़ी ये बुझी नहीं हैगी। राजे महाराजिਆਂ कोल बड़ा कुछ होंदा है, सब कुछ धन दौलत बड़ा होंदा है, चाहे वो भूमि के मालक हैं, ये जमीन है भूमि है धरती है, किन्नी भी कोले आ जाए तो ये तृष्णा फिर भी भुख है जिहड़ी ये मिटदी नहीं। ये मन भुख ही रहिंदा, होर लालच करता रहिंदा भी नहीं होर होवे, नहीं होर होवे, नहीं होर होवे। तो सतगुरु जी कहते कहते लपट रहे माया रंग माते, माया के रंगां दे विच लपट के रह गए, मत्ते पे ने विच माया के रंगां दे विच। लोचन कसू ना सूझी, कहते ये होर लोचता रहिंदा मन, होर मंगदा रहिंदा। ये चंगी जिहड़ी लेना सी ज्ञान वो नहीं लिया, चंगी मत लेनी सी वो नहीं लई, ये माया होर मंगदा रहिंदा। सतगुरु जी बार बार धुरकी बाणी अमोलक वचनां दे विच ये मनुख नूं समझाउण दा यतन करते हैं। पंजवें पातशाह गुरु अर्जन देव जी महाराज जैतसरी राग दे विच भी समझाउण दा यतन करते हैं। कहंदे मुकत माल कनक लाल हीरा, मन रंजन की माया, हाँ हाँ करत बेहानी अवध है, ता मैं संतोख न पाया। कहते मोतियां की माला होवे, सोना होवे, लाल होन, हीरे होण, ते मन नूं खुश करन वाली माया होवे, मन नूं खुश करन वाली माया होवे। हाँ हाँ करत बेहानी अवध है, कहते बस ये विच ही हाँ हाँ करता रहिंदा, ये अपनी उम्र है जिहड़ी वो लंघ जाती है, बीत जाती है, ये विच ही लग्या रहिंदा। सोना होवे, चांदी होवे, हीरे होण, जवाहर होण, मन नूं खुश करन वाली जिन्नी मर्जी माया आ जाए ये विच ही कहते रहिंदा, फसिया रहिंदा। तां मैं संतोख ना पाया, तां भी कहते मन नूं संतोख नहीं आया। इन्ना कुछ होण दे करके भी जिहड़ा मन है गुरु प्यारिओ वो संतोखी नहीं होया। भुखिया भुख ना उतरी जे बन्ना पुरियां पार, ये भुख उतरदी नहीं, मिटदी नहीं, ओना ही ये भुखा रहिंदा है। फिर आनंद साहिब दे विच, आनंद साहिब की बाणी दे विच तीजे पातशाह जी भी आपां नूं समझाउण दा यतन करते हैं। 32ਵੀਂ पौड़ी दे विच की कहंदे ने सतगुरु जी, ए रसना तू अन रस राज रही, तेरी प्यास न जाए। ये मेरी रसना, तू बड़े स्वादां दे विच, बड़े चस्कियां दे विच तू रसी पईआं, ये तेरी प्यास तो बुझदी नहीं, तू रजी नहीं कदे, तरह तरह के चस्के तरह तरह के स्वाद चख रही है, पर तेरी प्यास ये बुझदी नहीं। ए रसना तू अन रस राज रही, तेरी प्यास न जाए,
प्यास ना जाए होरत कितै, जेचर हर रस पल्लै ना पाए। ये प्यास कहते होर कितों बुझनी नहीं। क्यों नहीं बुझनी? ये जिहड़ी चस्कियां दे विच लगी पई है रसना, ये रसदी नहीं। भुखिया भुख ना उतरी, जे बन्ना पुरियां भार। ये रसदी नहीं। क्यों नहीं रसदी? क्योंकि जेचर हर रस पल्लै ना पाए, जिन्ना चिर हरी दा रस तेरे पल्ले नहीं पैंदा, जिन्ना चिर ये रसना हरी दे रस नूं चखदी नहीं, जिन्ना चिर ये रसना हरी दे रस नूं चखदी नहीं, उन्ना चिर ये रसना दी प्यास है जिहड़ी वो गुरु प्यारिओ बुझनी नहीं। ये प्यासी ही रहनी है, इनू भुखी रहनी है। इस करके सतगुरां ने ये भी जो है कह दिता, कहते भाई भुखिया भुख ना उतरी, जे बन्ना पुरियां भार। अगे सतगुरु जी की कहते हैं? कहते सहज सियाणपा लख होए, तां एक ना चलै नाल। कहते लखां ही तेरियां अपनियां सियाणपां होण, ये तेरियां लखां ही चतुराइयां होण, किते मत सोची ये भलिया समझदा होवे कह अपनी सियाणपां दे नाल जां अपनी चतुराइयां दे नाल मैं अकाल पुरख वाहिगुरू दे नाल मेरा मिलाप हो जाएगा। कहते नहीं भाई, मिलाप नहीं होना। अपनी सियाणप चतुराई दे नाल भी मिलाप नहीं होना। तकरीबन हर रोज़ आपां आनंद साहब दी बाणी दे विच पढ़ते हाँ 20वीं पौड़ी दे अंदर कि ए मन चंचला चतुराई किने ना पाया, चतुराई ना पाया किने तू सुन मन मेरिया। ए मना, ए चंचल मना, चतुराई दे नाल थोड़ी किते अकाल पुरख वाहिगुरू नूं पाया। अपनी सियाणपां दे नाल जां चतुराइयां दे नाल अकाल पुरख वाहिगुरू दे नाल मिलाप थोड़ी होना है। चतुराई ना पाया किने, किसी ने भी चतुराई नाल नहीं पाया। तू सुन मन मेरिया, ए मेरिया मना तू सुनदा क्यों नहीं? ये सियाणपां दे नाल चतुराई दे नाल अकाल पुरख दे नाल मिलाप नहीं होना। सतगुरु जी श्री राग महला पंजवां 6वें घर दे विच जो रहाओ दा बंद है ਉਹਦੇ ਵਿੱਚ समझाउण दा यतन करते हैं कि गुर के चरण मन मैं ध्याई, सोड़ सगल सियाणपा सच शब्द लिव लाई। रहा हुण कहंदे भाई जे तू अकाल पुरख वाहिगुरू दे नाल मिलाप चाहना है तां अपणियां सियाणपां ने जिहड़ियां ਉਹ तैनूं छड्डणियां पैणीਆਂ ने। गुर के चरण मन मैं ध्याए, कहते गुरु के चरणों नूं अपने मन दे विच ध्याना कर। ध्या भाव गुरु के शब्द नूं अपने मन दे विच विचार, अपने मन के अंदर वसा। गुरु के शब्द नूं, गुरु के शब्द नूं अपने मन दे विच वसा। कहते सोड़ सगल सियाणपां, कहते बाकी सियाणपां चतुराइयां सारियां छड्ड दे। की कर? गुरु के शब्द नूं अपने मन के अंदर ध्याना कर, ध्यान च लिया, ध्याना कर। फिर की हो? सच शब्द लिव लाए, सच्चे शब्द दे विच अपनी लिव नूं जोड़ लै। ये सियाणपां छड्ड दे जे अकाल पुरख वाहिगुरू दे नाल मिलाप चाहना है। गुजरी राग दे विच पंजवें पातशाह चौथे घर दे विच समझाउण दा यतन करते हैं। कहंदे साड़ सगल सियाणपां, आ छड्ड दे अपणियां सियाणपां। जे अकाल पुरख वाहिगुरू दे नाल मिलना है अपनियां सियाणपां छड्ड दे। साड़ सगल सियाणपां साध सरनी आओ, आ गुरु दी शरण आ जा, गुरु दी शरण आ जा, अपनियां सियाणपां छड्ड दे। पार ब्रह्म परमेश्वरो, पार ब्रह्म परमेश्वर प्रभ के गुण गाओ, इस प्रभु दे गुण गा। अपनियां सियाणपां छड्ड दे, प्रभु दे गुण गा। सब गुण तेरे मैं नाही कोए, बिन गुण कीते भगत न होए। इस करके पार ब्रह्म परमेश्वर प्रभु दे गुणां नूं गा जे तेरा मिलाप चाहना है अकाल पुरख दे नाल। ते अपनियां सियाणपां दे नाल, अपनियां चतुराइयां दे नाल अकाल पुरख दे नाल मेल है जिहड़ा वो नहीं होना। सोड़ सगल सियाणपां मिल साध
त्याग गुमान। अपनियां सियाणपां छड्ड दे, अपनियां सियाणपां छड्ड ते साधु नूं मिल, साधु गुरु साधु नूं मिल, गुरु साधु मिल ते अपने मन दा गुमान छड्ड दे, ये चतराइयां छड्ड दे, ये सियाणपां छड्ड दे। जिहड़ा मन दा तेरा गुमान है, ये गुमान नूं बाहर कढ दे, गुमान नूं छड्ड दे। गुरु कोले अपने भांडे नूं खाली करके आ, गुरु दे गुण लैके जा, गुरु कोले आके। सोड़ सगल सियाणपां मिल साध त्याग गुमान, अवर सब किस मिथ्या। ये जो सौर सब कुछ देख रहे हैं ना अखियां दे नाल, ये तो नासवंत है। अवर सब किस मिथ्या, ये सब कुछ नासवंत है, किसी ने तेरा साथ नहीं निभाना। जे साथ निभाना है तो इको एक आ गुरु ने निभाना है, गुरु दे शब्द ने निभाना है, हरि ने निभाना है। अवर सब किस मिथ्या रसना राम राम बखान। राम 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 जप रसना नाल, जद रसना दे नाल राम राम जपेगा, अपनी सियाणप छड्ड देगा, अपने मन का गमान छड्ड देगा, गमान त्याग देगा। ये सब कुछ तो नासवंत होने वाला है जो दिख रहा है। फिर राम राम जप ते ये राम राम बखान कर अपनी रसना दे नाल, फिर ही तेरा अकाल पुरख वाहिगुरू दे नाल मलाप हो सकता है। ये जो चार फिरके सी, चार फिरकियां नूं सच का उपदेश दिता, सच का उपदेश दे के फिर सवाल पैदा हो गया कि फिर उस अकाल पुरख वाहिगुरू नूं किस तरह मिलिया जाए, अकाल पुरख वाहिगुरू नूं किस तरह मिलिया जाए। सतगुरु जी कहंदे कहंदे भाई किव सचियारा हुई है, किव कूड़ा टुटै पाल। किव सचियारा हुई है, किव कूड़ा टुटै पाल। कहते फिर सचियार किवें होया जावे। ये चारों फिरके जो आपो अपने तरीकों के नाल अकाल पुरख वाहिगुरू दे नाल मिलाप करना चाहुंदे सी, हुण गुरु नानक देव जी कहंदे भाई नहीं हो सकता इस तरह। कहंदे फिर सचियार किवें होया जावे, जे ये तरीकों के नाल नहीं होया जा सकता तो फिर किस तरह सचियार होया जावे। किव सचियारा हुई है, किव कूड़ा टुटै पाल। कहंदे बस अकाल पुरख वाहिगुरू दे विच ते अपने विच जो ये कूड़ दी कंध है ना, कूड़ दी कंध, विकारां दी कंध। क्यों? जिहड़ा अकाल पुरख है वो निरंजन है, कालख तो रहत है, सच्चा है। हुण जे सच्चे दे नाल गुरु प्यारे मिलाप होना तो सानू भी सचियार होना पैना है, सानू भी सचियार होना पैना है। तां ही अपना अकाल पुरख दे नाल सच्चे दे नाल मेल मिलाप हो सकता है। हुण शरीर धोत्या सुच नहीं हो सकती, चुप बैठ के भी नहीं मिल सकता क्योंकि मन गल्लां करदा है, ते चतुराइयां नाल भी नहीं मिलाप हो सकता अकाल पुरख वाहिगुरू नाल, ते अपनियां सियाणपां दे नाल भी नहीं हो सकता। ते मन नूं जो रज्जण दे दिए जो मर्जी मन मंगदा फिर भी नहीं हो सकता। फिर कहंदे फिर हो किस तरह सकदा, ना शरीर स्नान करके हो सकता है, ना चुप कीतियां हो सकता है, ना जो मन मंगदा इहनूं दई जाओ फिर हो सकता है, ना अपनी सियाणप चतराइयां दे नाल हो सकता है। कहंदे भाई इहदा तरीका इक्को एक है, लै आ पल्ले बन लिए आपां गठ गुरु प्यार वालिओ। की बनना कि किव सचियारा हुई है, किव कूड़ा टुटै पाल। जिहड़ी कूड़ दी कंध है ना अपने विच ते अकाल पुरख वाहिगुरू दे विच, कहंदे ये भाई ढाउणी पैणी है। किस तरह? ये मन दे विच जो गलत विचार हैं, मन दे विच झूठ है, ठगी है, फरेब है, मन मैला है, ये लालची है मन। काम क्रोध लोभ मोह हंकार तो सानू बचना पैना है। मन का इशनान अमृत रूपी अमोलक वचन गुरबाणी दे नाल करवाउणा पैना है। जदों ये मन पवित्र हो गया फिर साडा जिहड़ा शरीर है, अखां हन, कन हन, ये रसना है, मुख है, मूँह, हथ पैर हन, ये फिर अपना शरीर भी गुरु प्यारो फिर पवित्र हो जाना है। सतगुरु जी अगे समझाउण दा की जतन हन करदे हन कि हुक्म रजाई चलना नानक लिखिया नाल।
ਕਹਿੰਦੇ ਉਹ ਮਾਲਕ ਦੀ ਰਜ਼ਾ ਦੇ ਵਿੱਚ ਤੁਰਨਾ ਸਿੱਖ ਲੈ। ਮਾਲਕ ਦੀ ਰਜ਼ਾ ਕੀ ਹੈ? ਵੀ ਸੱਚ ਬੋਲੀਏ, ਝੂਠ ਨਾ ਬੋਲੀਏ, ਚੰਗੇ ਕੰਮ ਕਰੀਏ, ਆਪਣੀ ਕਿਰਤ ਕਰੀਏ, ਕਿਰਤ ਕਰਕੇ ਲੋੜਵੰਦ ਨੂੰ ਦੇ ਦਈਏ। ਜੋ ਆਪਾਂ ਨੂੰ ਮਾਲਕ ਨੇ ਦਿੱਤਾ ਹੈ ਉਹਦੇ ਵਿੱਚੋਂ ਜੇ ਕੋਈ ਲੋੜਵੰਦ ਹੈ ਉਹਨੂੰ ਦੇ ਦਈਏ, ਉਹਦੀ ਰਜ਼ਾ ਦੇ ਵਿੱਚ ਤੁਰੀਏ, ਰਜ਼ਾ ਤੋਂ ਬਾਹਰ ਨਾ ਜਾਈਏ। ਜੋ ਸਤਿਗੁਰੂ ਜੀ ਆਪਾਂ ਨੂੰ ਰਸਤਾ ਦੱਸ ਰਹੇ ਹਨ, ਜੋ ਮਾਰਗ ਦੱਸ ਰਹੇ ਹਨ, ਉਹ ਮਾਰਗ ਦੇ ਰਸਤੇ 'ਤੇ ਚੱਲੀਏ। ਜਦ ਆਪਾਂ ਉਹ ਮਾਰਗ ਦੇ ਰਸਤੇ 'ਤੇ ਗੁਰੂ ਪਿਆਰਿਓ ਚੱਲਾਂਗੇ, ਫਿਰ ਆਪਣਾ ਜਿਹੜਾ ਜਦੋਂ ਮਨ ਸਚਿਆਰ ਹੋ ਗਿਆ ਤੇ ਮਨ ਫਿਰ ਆਪਣੇ ਸਰੀਰ ਨੂੰ ਚੰਗੇ ਪਾਸੇ ਲੈ ਕੇ ਜਾਊਗਾ। ਅੱਖਾਂ ਨੂੰ ਕਹੂਗਾ ਚੰਗਾ ਦੇਖ, ਕੰਨਾਂ ਨੂੰ ਕਹੂਗਾ ਚੰਗਾ ਸੁਣ, ਰਸਨਾਂ ਨੂੰ ਕਹੂਗਾ ਚੰਗਾ ਬੋਲ, ਹੱਥਾਂ ਨੂੰ ਕਹੂਗਾ ਚੰਗਾ ਕਰ, ਤੇ ਪੈਰਾਂ ਨੂੰ ਕਹੂਗਾ ਚੱਲ ਚੰਗੇ ਪਾਸੇ ਨੂੰ ਚੱਲ ਮਾਨ। ਉਹ ਕਿਉਂ? ਕਿਉਂਕਿ ਮਨ ਸਚਿਆਰ ਹੋ ਗਿਆ। ਇਹ ਤੋਂ ਪਾਪਾਂ ਦੀ ਮੈਲ ਹੈ ਜਿਹੜੀ ਉਹ ਲੈ ਗਈ। ਇਹਦੇ ਅੰਦਰ ਜੋ ਝੂਠ ਹੈ, ਠੱਗੀ ਹੈ, ਫਰੇਬ ਹੈ ਮਨ ਦੇ ਅੰਦਰ, ਉਹ ਗੁਰੂ ਸ਼ਬਦ ਦੇ ਨਾਲ ਧੋਤਾ ਗਿਆ। ਹੁਣ ਕੀ ਹੋ ਗਿਆ? ਫਿਰ ਜਦ ਮਨ ਹੱਸਾ ਹੋ ਗਿਆ ਤੇ ਫਿਰ ਆਪਣਾ ਸਰੀਰ ਵੀ ਹੈ ਜਿਹੜਾ ਇਹ ਪਵਿੱਤਰ ਹੋ ਗਿਆ। ਕਹਿੰਦੇ ਭਾਈ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਕਹਿੰਦੇ ਰਜਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਤੁਰਨਾ ਸਿੱਖ ਲੈ। ਕਹਿੰਦੇ ਇਹੀ ਇੱਕ ਵਿਧੀ ਹੈ, ਇਹੀ ਇੱਕ ਵਿਧੀ ਹੈ। ਇਹ ਨਾਨਕ ਇਹ ਵਿਧੀ ਤੁਰ ਤੋਂ ਹੀ ਜਲ ਤੋਂ ਜਗਤ ਬਣਿਆ, ਲਿਖੀ ਚਲੀ ਆ ਰਹੀ ਹੈ। ਕਹਿੰਦੇ ਜਦੋਂ ਤੋਂ ਇਹ ਸੰਸਾਰ ਦੀ ਰਚਨਾ ਹੋਈ ਹੈ ਨਾ, ਜੋ ਇਸ ਸਾਰਾ ਸੰਸਾਰ ਜੋ ਰਚਨਹਾਰ ਆਪ ਹੈ, ਅਕਾਲ ਪੁਰਖ, ਕਰਤਾ ਪੁਰਖ, ਜਿਹਨੇ ਸਾਰੀ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਕਹਿੰਦੇ ਜਦੋਂ ਤੋਂ ਵੀ ਇਹ ਰਚਨਾ ਰਚੀ ਗਈ ਹੈ, ਕਹਿੰਦੇ ਉਦੋਂ ਤੋਂ ਹੀ ਭਾਈ ਇਹ ਚੱਲਿਆ ਆ ਰਿਹਾ ਹੈ ਕਿ ਸਚਿਆਰ ਬਣ, ਉਹਦੀ ਰਜ਼ਾ ਦੇ ਵਿੱਚ ਤੁਰ, ਉਹਦੀ ਰਜ਼ਾ ਦੇ ਵਿੱਚ ਤੁਰ ਕੇ ਹੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਤੇਰਾ ਜਿਹੜਾ ਮਿਲਾਪ ਹੈ ਉਹ ਹੋ ਸਕਦਾ ਹੈ। ਫਿਰ ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਇਹ ਅੱਜ ਆਪਾਂ ਗੁਰੂ ਪਿਆਰ ਵਾਲਿਓ ਪਹਿਲੀ ਜੋ ਪੌੜੀ ਹੈ, ਪਹਿਲੀ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਸੋ ਵਿਚਾਰ ਕਰਦਿਆਂ ਕੋਲੋਂ ਬਹੁਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਕਿਉਂਕਿ ਜੀਵ ਹਾਂ ਕਲਯੁਗੀ ਜੀਵ ਹਾਂ ਭੁੱਲਣਹਾਰ ਹਾਂ। ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਕੋਈ ਭੁੱਲ ਹੋ ਜਾਂਦੀ ਹੈ ਤਾਂ ਆਪ ਜੀ ਨੇ ਮਾਫ ਕਰ ਦੇਣੀ। ਸਤਿਗੁਰਾਂ ਅੱਗੇ ਅਰਦਾਸ ਬੇਨਤੀ ਹੈ ਕਿ ਅੱਗੇ ਵਾਸਤੇ ਜੋ ਵਿਚਾਰ ਹੈ ਉਹ ਆਪ ਹੀ शुद्ध विचार आप ही करवा लेना। भुलां चुकां मेरियां जी, शब्द गुरु का जान के आपो अपने हिरदियां ते ये विचार नूं हिरदियां ते वसाउणा है। आओ फतेह दी सांझ रही आपां समाप्ति करिए जी। सारे प्यार सत्कार दे नाल आखियो जी, वाहिगुरु जी का खालसा, वाहिगुरु जी की फतेह।